ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਪੈਸ਼ਲ ਗੈਸਟ ਨੂੰ ਲੈ ਕੇ ਆਈ ਹਾਂ ਜਿਹੜੇ ਤੁਹਾਨੂੰ ਆਨਲਾਈਨ ਕੰਮ ਬਾਰੇ ਦੱਸਣਗੇ। ਉਹਨਾਂ ਦਾ 8 ਸਾਲ ਦਾ ਐਕਸਪੀਰੀਅੰਸ ਹੈਗਾ ਆ ਇਸ ਫੀਲਡ ਦੇ ਵਿੱਚ। 8 ਸਾਲ ਤੋਂ ਉਹ ਆਨਲਾਈਨ ਕੰਮ ਕਰ ਰਹੇ ਨੇ। ਉਹ ਤੁਹਾਨੂੰ ਪੂਰੀ ਫੁੱਲ ਡਿਟੇਲ ਦੇਣਗੇ ਕਿ ਤੁਸੀਂ ਆਪਣਾ ਘਰ ਬੈਠੇ ਹੀ ਆਨਲਾਈਨ ਕਿੱਦਾਂ ਕੰਮ ਕਰ ਸਕਦੇ ਹੋ। ਜੋ ਵੀ ਸਾਰਾ ਪ੍ਰੋਸੈਸ ਆ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਿਲੂਗਾ। ਅਗਰ ਤੁਹਾਡਾ ਇੰਟਰਸਟ ਹੈਗਾ ਆ ਪ੍ਰੋਫੈਸ਼ਨਲ ਫੀਲਡ ਦੇ ਵਿੱਚ, ਆਈਟੀ ਫੀਲਡ ਦੇ ਵਿੱਚ, ਲਾਈਕ ਵੈਬ ਡਿਜ਼ਾਈਨਿੰਗ ਹੋ ਗਿਆ, ਕੋਈ ਵੈਬ ਡਿਵੈਲਪਮੈਂਟ ਹੋ ਗਿਆ, ਜਾਂ ਫਿਰ ਕੋਈ ਇਦਾਂ ਦਾ ਗ੍ਰਾਫਿਕ ਡਿਜ਼ਾਈਨਿੰਗ ਹੋ ਗਿਆ, ਜਾਂ ਇਦਾਂ ਦਾ ਬਹੁਤ ਸਾਰਾ ਹੋਰ ਵਰਕ ਹੁੰਦਾ ਹੈ ਜਿਹੜਾ ਤੁਸੀਂ ਆਨਲਾਈਨ ਘਰ ਬੈਠ ਕੇ ਕਰ ਸਕਦੇ ਹੋ ਤੇ ਆਨਲਾਈਨ ਘਰ ਬੈਠੇ ਹੀ ਪੈਸੇ ਕਮਾ ਸਕਦੇ ਹੋ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਹਰਿੰਦਰਪਾਲ ਵੀਰ ਜੀ ਨੂੰ ਲੈ ਕੇ ਆਈ ਹਾਂ ਜਿਹੜੇ ਤੁਹਾਨੂੰ ਗਾਈਡ ਕਰਨਗੇ ਆਨਲਾਈਨ ਕੰਮ ਦੇ ਬਾਰੇ, ਜੋ ਤੁਹਾਨੂੰ ਹਰ ਪ੍ਰੋਸੈਸ ਦੇ ਬਾਰੇ ਦੱਸਣਗੇ ਕਿ ਤੁਸੀਂ ਆਨਲਾਈਨ ਕਿੱਦਾਂ ਕੰਮ ਸਟਾਰਟ ਕਰ ਸਕਦੇ ਹੋ ਘਰ ਬੈਠੇ। ਕਿ ਇਹਦੇ ਲਈ ਸਾਨੂੰ ਕਿੰਨੀ ਕੁ ਐਜੂਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਸਾਨੂੰ ਡਿਗਰੀ ਚਾਹੀਦੀ ਹੈ, ਕੋਈ ਡਿਪਲੋਮਾ ਚਾਹੀਦਾ, ਕਿ ਅਸੀਂ +2 ਤੋਂ ਬਾਅਦ ਵੀ ਇਹ ਕੋਰਸ ਕਰ ਸਕਦੇ ਹਾਂ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਿਲਣਗੇ। ਸੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ। ਸੋ ਗੱਲ ਕਰਦੇ ਹਾਂ ਹਰਿੰਦਰਪਾਲ ਵੀਰ ਜੀ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਹੜੇ ਵੀ ਕੁਐਸਚਨ ਨੇ ਫ੍ਰੀਲਾਂਸਿੰਗ ਔਰ ਇਹਦੇ ਆਨਲਾਈਨ ਦੇ ਮੇਰੇ ਤੋਂ ਪੁੱਛ ਸਕਦੇ ਹੋ। ਤੇ ਤੁਸੀਂ ਮੈਨੂੰ ਆਪਣੇ ਬਾਰੇ ਦੱਸੋ, ਤੁਸੀਂ ਇੰਡੀਆ ਤੋਂ ਕਿੱਥੋਂ ਹੋ, ਕੀ ਕੰਮ ਕਰਦੇ ਹੋ ਤੇ ਤੁਹਾਡੀ ਐਜੂਕੇਸ਼ਨ ਬੈਕਗ੍ਰਾਉਂਡ ਕੀ ਹੈ? ਮੈਂ ਇੰਡੀਆ ਤੋਂ ਬੇਸਿਕਲੀ ਚੰਡੀਗੜ੍ਹ ਤੋਂ ਹਾਂ ਤੇ ਮੈਂ ਵੈਬਸਾਈਟ ਡਿਜ਼ਾਈਨਿੰਗ ਦਾ ਜਿਹੜਾ ਤੇ ਡਿਵੈਲਪਮੈਂਟ ਦਾ, ਗ੍ਰਾਫਿਕਸ ਦਾ ਇਹਦੇ ਵਿੱਚ ਕੰਮ ਕਰਦਾ ਆਈਟੀ ਦੇ ਵਿੱਚ। ਤੇ ਹੁਣ YouTube ਦੇ ਉੱਤੇ ਮੈਂ ਸੁਜੈਸਟ ਵੀ ਕਰਦਾ ਜਿਹੜੇ ਬੰਦੇ ਮਤਲਬ ਆਫਟਰ +2 ਔਰ ਆਫਟਰ ਗ੍ਰੈਜੂਏਸ਼ਨ ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਸੀ ਆਈਟੀ ਦੇ ਵਿੱਚ ਕਿੱਦਾਂ ਆਉਣਾ, ਮੈਂ ਉਦੋਂ ਹੁਣ ਯੂਟਿਊਬਿੰਗ ਵੀ ਕਰਦਾ। ਤੇ ਮੈਨੂੰ ਜਿਹੜੀ ਕੁਆਲੀਫਿਕੇਸ਼ਨ ਦੀ ਗੱਲ ਹੈ, ਜਿਹੜੀ ਕੁਆਲੀਫਿਕੇਸ਼ਨ ਮੇਰੀ, ਮੈਂ ਜਦੋਂ +2 ਕਰ ਰਿਹਾ ਸੀਗਾ, +2 ਦੇ ਦੌਰਾਨ ਹੀ ਮੈਂ 1 ਈਅਰ ਦਾ ਜਿਵੇਂ ਡਿਪਲੋਮਾ ਕਰਦੇ ਹਾਂ ਆਪਾਂ, ਸ਼ਾਰਟ ਕੋਰਸਿਸ ਹੁੰਦੇ ਆ ਆਪਾਂ ਕਰਦੇ ਹਾਂ, ਤੇ 1 ਸਾਲ ਦਾ ਡਿਪਲੋਮਾ ਕੀਤਾ ਨਾਲ ਦੀ ਨਾਲ ਹੀ। ਤੇ ਮੇਰੇ +2 ਦੇ ਕਰਨ ਦੇ ਦੌਰਾਨ ਹੀ ਮੇਰਾ ਡਿਪਲੋਮਾ ਵੀ ਚੱਲ ਰਿਹਾ ਸੀ, +2 ਵੀ ਚੱਲ ਰਹੀ ਸੀ, ਤੇ ਮੇਰੀ ਜੌਬ ਅਕਤੂਬਰ ਨਵੰਬਰ ਦੇ ਵਿੱਚ ਮੇਰੀ ਜੌਬ ਵੀ ਲੱਗ ਗਈ ਸੀ, ਮਤਲਬ ਡਿਪਲੋਮਾ ਕਰਨ ਦੇ ਦੌਰਾਨ ਹੀ। ਤੇ ਉਸ ਤੋਂ ਬਾਅਦ ਮੈਂ ਇਹੀ ਫੀਲਡ ਦੇ ਵਿੱਚ ਆ। ਸੋ ਤੁਹਾਨੂੰ ਆਨਲਾਈਨ ਕੰਮ ਬਾਰੇ ਕਿਹਨੇ ਸੁਜੈਸਟ ਕੀਤਾ? ਤੁਸੀਂ ਕਿਵੇਂ ਆਨਲਾਈਨ ਕੰਮ ਸਟਾਰਟ ਕੀਤਾ? ਇਹਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਤੁਸੀਂ ਜਿਹੜਾ ਆਨਲਾਈਨ ਕੰਮ ਕਰ ਸਕਦੇ ਹੋ, ਘਰ ਬੈਠ ਕੇ ਹੀ ਪੈਸੇ ਕਮਾ ਸਕਦੇ ਹੋ? ਤੁਹਾਨੂੰ ਇਹ ਕਿਸ ਨੇ ਆਈਡੀਆ ਦਿੱਤਾ ਸੀਗਾ? ਤੁਸੀਂ ਉਸ ਤੋਂ ਪਹਿਲਾਂ ਵੀ ਕੋਈ ਕੰਮ ਕਰਦੇ ਸੀਗੇ ਜਾਂ ਫਿਰ ਤੁਹਾਨੂੰ ਕਿਸੇ ਨੇ ਇਸ ਦੇ ਬਾਰੇ ਦੱਸਿਆ? ਸੋ ਸਟਾਰਟਿੰਗ ਦੇ ਵਿੱਚ ਕੀ ਸੀਗਾ ਕਿ ਪਤਾ ਸੀਗਾ ਕਿ ਇਦਾਂ ਹੁੰਦਾ ਹੈ, ਕੰਮ ਕਰਦੇ ਨੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਕਹਿ ਲਓ ਕਿ ਛੋਟਾ ਆਈਟੀ ਹੱਬ ਕਹਿ ਲਓ, ਇੱਥੇ ਆਈਟੀ ਹੱਬ ਹੈਗਾ ਤੇ ਆਈਟੀ ਕੰਪਨੀਆਂ ਨੇ ਇਹ ਇੱਥੇ ਪ੍ਰੋਜੈਕਟਸ ਜਿਹੜੇ ਨੇ ਸਾਰੇ ਬਾਹਰ ਤੋਂ ਆਉਂਦੇ ਨੇ। ਇਹ ਤਾਂ ਪਤਾ ਸੀਗਾ ਕਿ ਇੱਥੇ ਕੰਮ ਆਉਂਦਾ, ਪਰ ਉਹ ਆਉਂਦਾ ਕਿਵੇਂ ਆ, ਪ੍ਰੋਸੈਸ ਕੀ ਆ, ਇਹ ਨਹੀਂ ਸੀ ਪਤਾ। ਤੇ ਕੁਝ ਵੈਬਸਾਈਟ ਦੇ ਬਾਰੇ ਪਤਾ ਸੀਗੀਆਂ ਜਿਹੜੀਆਂ ਇਹਦਾ ਵਿੱਚ ਹੈ। ਮੈਂ ਅਕਾਊਂਟ ਬਣਾਇਆ ਵੀ ਸੀ ਬਟ ਸਕਸੈਸ ਨਹੀਂ ਸੀ ਹੋ ਪਾਇਆ। ਫਿਰ ਜਿਹੜਾ ਮਾਰਕੀਟ ਹੈ, ਉਹ ਮਾਰਕੀਟ ਪ੍ਰਾਈਸ ਇਦਾਂ ਸੀਗਾ ਕਿ ਇੱਕ ਨਾ ਇੱਥੇ ਇੱਥੇ ਇਸ਼ੂਜ਼ ਹੁੰਦਾ ਇਸ ਚੀਜ਼ ਦਾ ਕਿ ਜਦੋਂ ਤੁਸੀਂ ਜੌਬ ਲੈਣ ਜਾਓ ਨਾ, ਉੱਥੇ ਤੁਹਾਡੇ ਤੋਂ ਕੁਆਲੀਫਿਕੇਸ਼ਨ ਪੁੱਛੀ ਜਾਂਦੀ ਹੈ ਕਿ ਤੁਹਾਡੀ ਮਿਨੀਮਮ ਗ੍ਰੈਜੂਏਸ਼ਨ ਹੋਵੇ। ਜਿਹੜਾ 1 ਈਅਰ ਦਾ ਡਿਪਲੋਮਾ ਹੁੰਦਾ ਉਹਨੂੰ ਇੰਨੀ ਮਾਨਤਾ ਨਹੀਂ ਦਿੰਦੇ। ਜਿਹੜੀ ਥੋੜੀ ਅੱਛੀ ਕੰਪਨੀਆਂ ਹੁੰਦੀਆਂ ਉਹ ਉਹਨਾਂ ਨੂੰ ਉੱਥੇ ਤੁਹਾਨੂੰ ਮਤਲਬ ਐਂਟਰੀ ਕਰਨੀ ਹੈ ਤਾਂ ਤੁਹਾਨੂੰ ਐਂਟਰੀ ਕਰਨ ਲਈ ਗ੍ਰੈਜੂਏਸ਼ਨ ਚਾਹੀਦੀ ਹੁੰਦੀ ਹੈ। ਇੰਡੀਆ 'ਚ ਇੱਕ ਸਿਸਟਮ ਹੈਗਾ। ਬਟ ਮੈਂ ਕੀ ਕੀਤਾ ਸੀਗਾ ਕਿ ਮੈਂ ਪਹਿਲਾਂ ਤਾਂ 3-3.5 ਸਾਲ ਜੌਬ ਕੀਤੀ ਆ। ਉਸ ਤੋਂ ਬਾਅਦ ਜਦੋਂ ਮੈਂ ਜੌਬ ਕਰਨ ਤੋਂ ਬਾਅਦ ਹੋਰ ਕੰਪਨੀ 'ਚ ਇੰਟਰਵਿਊ ਦਿੱਤਾ ਤੇ ਉੱਥੇ ਸਿਲੈਕਟ ਨਹੀਂ ਸੀ ਹੋ ਪਾ ਰਿਹਾ। ਸਿਰਫ ਗ੍ਰੈਜੂਏਸ਼ਨ ਕਰਕੇ ਤੁਸੀਂ ਐਂਟਰੀ ਨਹੀਂ ਕਰ ਪਾਉਂਦੇ। ਫਿਰ ਆਫਟਰ ਮੈਂ ਜਿਹੜਾ ਇਹ ਫ੍ਰੀਲਾਂਸਿੰਗ ਸੀਗੀ, ਜਿੱਦਾਂ ਅਪਵਰਕ ਸੀਗਾ, ਇਹਦੇ ਬਾਰੇ ਪਤਾ ਲੱਗਿਆ, ਬਟ ਇਹਦੇ ਸਕਸੈਸ ਵੀ ਨਹੀਂ ਕਿਉਂਕਿ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ। ਫਿਰ ਮੈਂ ਲੋਕਲ ਮਾਰਕੀਟ ਦੇ ਪ੍ਰੋਜੈਕਟਸ ਕਰਨ ਲੱਗ ਗਿਆ ਸੀ। ਮਤਲਬ ਉਹ ਜਿਹੜਾ ਜੌਬ ਨਾ ਮਿਲਣ ਕਰਕੇ ਉਸ ਟਾਈਮ ਦੇ ਦੌਰਾਨ, ਕਿਉਂਕਿ ਇੰਨਾ ਐਕਸਪੀਰੀਅੰਸ ਵੀ ਨਹੀਂ ਸੀ, ਏਜ ਬਹੁਤ ਛੋਟੀ ਸੀਗੀ ਕਿ ਕੋਈ ਨਾ ਗਾਈਡ ਕਰਨ ਵਾਲਾ ਸੀ, ਕਿਉਂਕਿ ਸਾਡਾ ਕੋਈ ਫੈਮਿਲੀ 'ਚੋਂ ਬੈਕਗ੍ਰਾਉਂਡ ਨਹੀਂ ਸੀ ਜਿਹੜਾ ਕੋਈ ਆਈਟੀ ਨਾਲ ਬੈਕਗ੍ਰਾਉਂਡ ਹੋਵੇ। ਤੇ ਜਦੋਂ ਗਾਈਡ ਕਰਨ ਵਾਲਾ ਵੀ ਕੋਈ ਨਾ ਹੋਵੇ, ਫਿਰ ਬੰਦਾ ਕੀ ਕਹੇ, ਮੈਂ ਸੋਚਿਆ ਕਿ ਮੈਂ ਆਪਣਾ ਹੀ ਕੰਮ ਸਟਾਰਟ ਕਰ ਲਾਂ। ਮੈਂ ਉੱਥੇ ਲੋਕਲ ਮਾਰਕੀਟ 'ਚ ਪ੍ਰੋਜੈਕਟ ਕਰਦਾ ਸੀ। ਲੋਕਲ ਮਾਰਕੀਟ ਦੇ ਵਿੱਚ ਫਿਰ ਉਹੀ ਕੰਪੀਟੀਸ਼ਨ, ਪ੍ਰਾਈਜ਼ ਨਾ ਮਿਲਣਾ ਜਾਂ ਪੈਸੇ ਨਾ ਦੇਣੇ, ਐਦਾਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਹੁੰਦੀਆਂ ਰਹਿੰਦੀਆਂ। ਉਸ ਤੋਂ ਬਾਅਦ ਮੈਨੂੰ ਹਰਵਿੰਦਰ ਵੀਰਾ ਹੈਗਾ ਇੱਥੋਂ, ਬੇਸਿਕਲੀ ਉਹ ਕੁਰਾਲੀ ਤੋਂ ਨੇ, ਚੰਡੀਗੜ੍ਹ ਉਹਨਾਂ ਦਾ ਆਫਿਸ ਸੀਗਾ, ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਸੀਗਾ। ਰੈਂਡਮਲੀ ਉਹ ਕਿਤੇ ਮਿਲੇ ਸੀ ਬਾਹਰ ਮੈਨੂੰ, ਤੇ ਉਹਨਾਂ ਨੇ ਸਮਝਾਇਆ ਸੀ ਕਿ ਐਦਾਂ ਤੁਸੀਂ ਆਨਲਾਈਨ ਕਰ ਸਕਦੇ ਹੋ। ਮੈਂ ਦੱਸਿਆ ਸੀਗਾ ਕਿ ਸਾਈਟ ਬਾਰੇ ਪਤਾ, ਬਟ ਇੱਥੇ ਮਤਲਬ ਕਾਫੀ ਜਣੇ ਟਰਾਈ ਕਰਦੇ ਫ੍ਰੀਲਾਂਸਿੰਗ ਦੀ, ਮੈਂ ਵੀ ਟਰਾਈ ਕਰਦਾ, ਮੇਰਾ ਸਕਸੈਸ ਨਹੀਂ ਹੋ ਪਾਉਂਦਾ। ਉਹਨਾਂ ਨੇ ਮੈਨੂੰ ਕੁਝ ਟ੍ਰਿਕਸ ਦੱਸੀਆਂ, ਕੁਝ ਚੀਜ਼ਾਂ ਦੱਸੀਆਂ, ਤੂੰ ਇਹ ਟਰਾਈ ਕਰਕੇ ਦੇਖ। ਤੇ ਆਫਟਰ ਦੈਟ ਮੈਂ ਉੱਥੋਂ ਦੀ ਸਟਾਰਟ ਕੀਤਾ ਫ੍ਰੀਲਾਂਸਿੰਗ 'ਚੋਂ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਨਲਾਈਨ ਆਪਾਂ ਕੰਮ ਕਰਦੇ ਹਾਂ, ਲਾਈਕ ਕਾਫੀ ਬੈਨੀਫਿਟ ਨੇ ਆਨਲਾਈਨ ਕੰਮ ਕਰਨ ਦੇ। ਇੱਕ ਤਾਂ ਆਪਾਂ ਘਰੋਂ ਕੰਮ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਕਿ ਸਟਾਰਟਿੰਗ ਕਰਨੀ ਥੋੜੀ ਔਖੀ ਹੁੰਦੀ ਆ,
ਕਿ ਅਸੀਂ ਕਿੱਦਾਂ ਸਟਾਰਟ ਕਰੀਏ, ਸਾਨੂੰ ਸਮਝ ਨਹੀਂ ਆਉਂਦਾ ਹੈਗਾ। ਪਰ ਅੱਜ ਕੱਲ ਤਾਂ ਲਾਈਕ ਆਪਾਂ YouTube ਤੇ ਵੀ ਬਹੁਤ ਸਾਰੇ ਦੇਖ ਸਕਦੇ ਹਾਂ ਕਿ YouTube ਤੇ ਵੀ ਬਹੁਤ ਵੀਡੀਓਜ਼ ਹੁੰਦੀਆਂ ਨੇ ਕਿ ਅਸੀਂ ਆਨਲਾਈਨ ਕੰਮ ਨੂੰ ਕਿੱਦਾਂ ਸਟਾਰਟ ਕਰ ਸਕਦੇ ਹਾਂ। ਅਗਰ ਤੁਸੀਂ ਕਿੱਦਾਂ ਆਪਣੀ ਪ੍ਰੋਫਾਈਲ ਬਣਾਉਣੀ ਆ, ਪੋਰਟਫੋਲੀਓ ਬਣਾਉਣਾ ਆ ਇਹਨਾਂ ਵੈਬਸਾਈਟਸ ਦੇ ਲਈ, ਕਿ ਤੁਸੀਂ ਆਪਣੇ ਕੰਮ ਨੂੰ ਜਿਹੜਾ ਆਨਲਾਈਨ ਕਰਨਾ ਚਾਹੁੰਦੇ ਹੋ ਘਰ ਬੈਠ ਕੇ ਉਹਨੂੰ ਗਰੋ ਕਰ ਸਕੋ। ਮੇਨ ਇਹਦੇ ਵਿੱਚ ਇਹ ਆਉਂਦਾ ਹੈ ਕਿ ਤੁਸੀਂ +2 ਤੋਂ ਬਾਅਦ ਵੀ ਇਹ ਕੰਮ ਕਰ ਸਕਦੇ ਹੋ, ਪਰ ਮੇਨ ਆਪਣਾ ਫੋਕਸ ਇਹ ਰੱਖਿਓ ਕਿ +2 ਤੋਂ ਬਾਅਦ ਵੀ ਤੁਸੀਂ ਕੋਈ ਆਪਣੀ ਜਿਹੜੀ ਗ੍ਰੈਜੂਏਸ਼ਨ ਕਰਨੀ ਆ, ਕੋਈ ਏਦਾਂ ਦੀ ਡਿਗਰੀ ਲੈਣੀ ਆ ਜਿਹੜੀ ਤੁਹਾਨੂੰ ਜ਼ਿਆਦਾ ਹੈਲਪਫੁਲ ਹੋਵੇ, ਜਿਹੜੀ ਉਹ ਡਿਗਰੀ ਆ ਕਿ ਤੁਹਾਡੀ ਬਾਅਦ ਵਿੱਚ ਹੈਲਪ ਕਰ ਸਕੇ ਅਗਰ ਤੁਸੀਂ ਕੋਈ ਹੋਰ ਜੌਬ ਚਾਹੁੰਦੇ ਹੋ। ਸੋ ਵੀਰ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਫੀਲਡ ਕਿਉਂ ਚੂਜ਼ ਕੀਤਾ ਸੀਗਾ, ਤੁਸੀਂ IT ਫੀਲਡ ਦੇ ਵਿੱਚ ਹੀ ਕਿਉਂ ਆਏ ਸੀਗੇ? ਸੋ ਮੈਂ ਜਿਹੜਾ ਸਟਾਰਟ ਕੀਤਾ, ਮੈਂ ਸਟਾਰਟ ਤਾਂ ਤੁਸੀਂ ਏਦਾਂ ਕਹਿ ਲਓ ਕਿ ਘਰ ਦੇ ਹਰ ਇੱਕ ਦੀ ਆਪਣੀ ਕੋਈ ਨਾ ਕੋਈ ਕੰਡੀਸ਼ਨ ਹੁੰਦੀ ਹੈ, ਹਾਲਾਤ ਹੁੰਦੇ ਆ, ਤੇ ਮੈਨੂੰ ਸੀਗਾ ਕਿ ਮੈਂ ਮਤਲਬ ਸਟੈਂਡ ਹੋਣਾ ਆਪਣੇ ਪੈਰਾਂ ਦੇ ਉੱਤੇ। ਤੇ ਮੈਂ +2 ਮਤਲਬ +1 ਰੈਗੂਲਰ ਕੀਤੀ, +2 ਮੈਂ ਪ੍ਰਾਈਵੇਟ ਕਰ ਰਿਹਾ ਸੀਗਾ, ਤੇ ਕੀਤੀ ਇਸੀ ਕਰਕੇ ਪ੍ਰਾਈਵੇਟ ਕਿ ਮੈਂ ਇਹ ਅੱਗੇ ਕੁਛ ਨਾ ਕੁਛ ਇਹਦੇ ਵਿੱਚ ਕਰਨਾ ਹੈ, ਜਾਂ ਮੈਂ ਡੇਟਾ ਐਂਟਰੀ ਸਿੱਖਾਂ ਜਾਂ ਇਹ ਚੀਜ਼ ਕਰਾਂ। ਮੇਰਾ ਹਜੇ ਵੈਬਸਾਈਟ ਡਿਜ਼ਾਈਨਿੰਗ ਦਾ ਕੋਈ ਸੀਗਾ ਨਹੀਂ, ਬਟ ਇੱਕ ਚੀਜ਼ ਜ਼ਰੂਰ ਸੀਗੀ ਕਿ ਜਦੋਂ ਮਤਲਬ ਬੰਦਾ 8th 9th 'ਚ ਹੁੰਦਾ, ਘਰੇ ਕੋਈ PC ਪਿਆ ਹੋਵੇ ਹੈ ਨਾ, ਉਹਦੇ 'ਚ ਫੋਟੋਸ਼ੋਪ ਮੈਂ ਯੂਜ਼ ਕਰ ਲੈਂਦਾ ਸੀਗਾ। ਫੋਟੋਸ਼ੋਪ ਮੇਰੇ ਦੋਸਤ ਨੇ ਥੋੜਾ ਬਹੁਤ ਦੱਸਿਆ ਸੀ, ਜਿਵੇਂ ਆਪਾਂ ਹਾਸੇ ਮਜ਼ਾਕ 'ਚ ਕਰਦੇ ਹਾਂ, ਕੋਈ ਕਿਸੇ ਦੀ ਗਰਦਨ ਕੱਟ ਕੇ ਕਿਸੇ ਤੇ ਲਾਤੀ ਜਾਂ ਇਦਾਂ ਦੀ ਚੀਜ਼ਾਂ ਆਪਾਂ ਕਰਦੇ ਹਾਂ ਫੋਟੋਸ਼ੋਪ ਦੇ ਵਿੱਚ, ਤੇ ਉਹ ਮਜ਼ਾਕ 'ਚ ਕਰਦੇ ਸੀ। ਤੇ ਜਦੋਂ ਮੈਂ ਉੱਥੇ ਕੋਰਸ ਕਰਨ ਗਿਆ, ਮੈਂ ਗਿਆ ਐਜ਼ ਅ ਬੇਸਿਕ ਕੰਪਿਊਟਰ ਦਾ ਕੋਰਸ ਕਰਨ ਗਿਆ ਸੀ, ਜਿੱਦਾਂ ਬੇਸਿਕਸ ਕਰਾਉਂਦੇ ਆ, ਐਕਸਲ, ਵਰਡ ਵਗੈਰਾ ਇਹ ਚੀਜ਼ਾਂ ਕਰਾਉਂਦੇ ਆ। ਮੈਂ ਉੱਥੇ ਨਾ ਜਿਹੜੇ ਉੱਥੇ ਬੱਚੇ ਜਿਹੜੇ ਸਿੱਖ ਰਹੇ ਸੀਗੇ ਉਹਨਾਂ ਨੂੰ ਮੈਂ ਕੰਮ ਕਰਦੇ ਦੇਖਿਆ ਕਿ ਉਹਨਾਂ ਕੁਝ ਕਲਰਸ ਨਾਲ ਖੇਡਦੇ ਆ, ਕਲਰਸ ਨਾਲ ਖੇਡਣਾ ਮਤਲਬ ਭਾਵ ਡਿਜ਼ਾਈਨਿੰਗ ਕਰਨਾ ਉਹ ਕਰ ਰਹੇ ਸੀ, ਤੇ ਮੈਨੂੰ ਨਾ ਦੇਖਣ ਨੂੰ ਬੜਾ ਇੰਟਰਸਟਿੰਗ ਲੱਗਾ। ਔਰ ਮੈਨੂੰ ਐਵੇਂ ਲੱਗਾ ਕਿ ਮੇਰੇ ਇੰਟਰਸਟ ਨਾਲ ਮੈਚ ਕਰਦਾ, ਕਿਉਂਕਿ ਮੈਨੂੰ ਡਰਾਇੰਗ ਦਾ ਸ਼ੌਂਕ ਸੀਗਾ। ਮੈਂ 10th ਤੱਕ ਡਰਾਇੰਗ ਦਾ ਸਬਜੈਕਟ ਪੜ੍ਹਿਆ ਆਪਣੇ ਸਕੂਲ ਦੇ ਵਿੱਚ ਵੀ, ਤੇ ਉਸ ਕਰਕੇ ਹੁੰਦਾ ਤੁਹਾਨੂੰ ਸ਼ੌਂਕ ਵੀ ਹੁੰਦਾ ਡਰਾਇੰਗ ਕਰਨ ਦਾ, ਆਰਟ ਦਾ। ਤੇ ਮੈਂ ਸਟਾਰਟਿੰਗ ਦੇ ਵਿੱਚ ਐਜ਼ ਅ ਵੈਬ ਡਿਜ਼ਾਈਨਰ ਹੀ ਜੁਆਇਨ ਵੀ ਜਦੋਂ ਮੈਂ ਕੀਤਾ, ਐਜ਼ ਅ ਵੈਬ ਡਿਜ਼ਾਈਨਰ ਜੁਆਇਨ ਕੀਤਾ ਸੀਗਾ, ਤੇ ਵੈਬ ਡਿਜ਼ਾਈਨਿੰਗ ਦੇ ਨਾਲ ਗ੍ਰਾਫਿਕਸ ਦਾ ਮੈਂ ਹੌਲੀ ਸਿੱਖਦਾ ਰਿਹਾ। ਬਟ ਮੇਨ ਜਿਹੜਾ ਰਿਹਾ ਸਟਾਰਟਿੰਗ ਦੇ ਵਿੱਚ ਬਸ ਇਹ ਹੈ ਕਿ ਜਿਹੜਾ ਇੰਟਰਸਟ ਮੈਨੂੰ ਉਹ ਚੀਜ਼ਾਂ ਤੋਂ ਪੈ ਗਿਆ, ਤਾਂ ਉਸ ਇੰਟਰਸਟ ਤੋਂ ਬਾਅਦ ਹੀ ਮੈਂ ਇਹ ਫੀਲਡ ਦੇ ਵਿੱਚ ਆ ਗਿਆ, ਤੇ ਮੈਨੂੰ ਮਤਲਬ ਸਕਸੈਸ ਮਿਲੀ ਹੈ ਇਸ ਫੀਲਡ ਦੇ ਵਿੱਚ। ਸੋ ਵੀਰ ਜੀ, ਮੇਰਾ ਜਿਹੜਾ ਨੈਕਸਟ ਕੁਐਸਚਨ ਆ ਮੈਂ ਉਹ ਪੁੱਛਣਾ ਚਾਹੂੰਗੀ, ਕਿਉਂਕਿ ਅੱਜ ਕੱਲ ਹਰ ਇੱਕ ਦੇ ਮਨ ਦੇ ਵਿੱਚ ਸਿਰਫ ਇੱਕ ਇਹੀ ਡਾਊਟ ਰਹਿੰਦਾ ਕਿ ਜਿਹੜਾ ਅਸੀਂ ਆਨਲਾਈਨ ਕੰਮ ਕਰਦੇ ਹਾਂ ਕਿ ਇਹ ਸਹੀ ਨਹੀਂ ਹੈਗਾ, ਇਹਦੇ ਵਿੱਚ ਫਰਾਡ ਬਹੁਤ ਜ਼ਿਆਦਾ ਆ, ਕਿ ਜਦੋਂ ਕੋਈ ਅਸੀਂ ਏਦਾਂ ਆਨਲਾਈਨ ਘਰੋਂ ਕੰਮ ਬੈਠ ਕੇ ਕਰਾਂਗੇ ਕਿ ਬਾਅਦ ਵਿੱਚ ਅਸੀਂ ਇੰਨੀ ਮਿਹਨਤ ਵੀ ਅਸੀਂ ਕਰਾਂਗੇ, ਪਰ ਉਹਦਾ ਕੀ ਆ, ਸਾਨੂੰ ਪ੍ਰੋਫਿਟ ਨਹੀਂ ਹੋਣਾ, ਸਾਨੂੰ ਉਹਦੇ ਕੁਝ ਪੈਸੇ ਨਹੀਂ ਮਿਲਣੇ। ਤੁਸੀਂ ਦੱਸੋ ਕਿ ਇਹ ਕੰਮ ਸਹੀ ਅਗਰ ਅਸੀਂ ਘਰੋਂ ਬੈਠ ਕੇ ਇਹ ਕੰਮ ਕਰਦੇ ਹਾਂ ਤਾਂ? ਫਸਟਲੀ ਸਭ ਤੋਂ ਪਹਿਲਾਂ ਇੱਕ ਮੈਂ ਕਲੀਅਰ ਕਰਦਾ ਕਿ ਆਨਲਾਈਨ ਵਰਕ ਕਹਿ ਦਿੰਦੇ ਆ, ਤੇ ਆਨਲਾਈਨ ਵਰਕ ਦੇ ਵਿੱਚ ਕਾਫੀ ਕੁਝ ਆਉਂਦਾ ਹੈ। ਕਈ ਵਾਰ ਤੁਹਾਨੂੰ ਇਦਾਂ ਦੀਆਂ ਐਡਸ ਵੀ ਮੈਂ ਵਰਕ ਫਰੋਮ ਹੋਮ ਦੇ ਨਾਮ ਤੇ ਜਿਹੜਾ ਫਰੋਡ ਹੁੰਦਾ ਹੈ ਉਹਦੇ ਉੱਤੇ ਮੈਂ ਇੱਕ ਵੀਡੀਓਜ਼ ਵੀ ਕੀਤੀਆਂ ਸੀ, ਕਵਰ ਕੀਤੀਆਂ ਸੀ, ਬਟ ਉਹਦੇ 'ਚ ਮੇਨ ਜਿਹੜਾ ਟੌਪਿਕ ਦਾ ਸਾਰ ਸੀ ਇਹੀ ਸੀਗਾ ਕਿ ਤੁਹਾਡੇ ਨਾਲ ਫਰੋਡ ਹੋਏਗਾ ਜੇ ਤੁਸੀਂ ਸ਼ਾਰਟਕਟ ਮਾਰੋਗੇ। ਸ਼ਾਰਟਕਟ ਤੋਂ ਭਾਵ ਤੁਹਾਨੂੰ ਕਹਿਣਾ ਕਿ ਤੁਸੀਂ ਨਾਰਮਲ ਡੇਟਾ ਐਂਟਰੀ ਕਰਨੀ ਹੈ ਤਾਂ ਤੁਹਾਨੂੰ ਡੇਟਾ ਐਂਟਰੀ ਕਰਕੇ ਪੈਸੇ ਮਿਲਣਗੇ, ਉਹਦੇ 'ਚ ਫਰੋਡ ਬਹੁਤ ਹੁੰਦਾ। ਬਟ ਮੈਂ ਆਪਣੇ ਵਾਲੇ ਸੀਨ ਦੇ ਵਿੱਚ ਦੱਸਦਾ ਕਿ ਮੈਂ ਫ੍ਰੀਲਾਂਸਿੰਗ ਦੇ ਵਿੱਚ ਸੇਫ ਰਿਹਾ, ਕਿਉਂਕਿ ਫ੍ਰੀਲਾਂਸਿੰਗ ਦੇ ਵਿੱਚ ਪੈਸੇ ਕਿਵੇਂ ਮਤਲਬ ਮਰਦੇ ਕਿਉਂ ਨਹੀਂ ਪੈਸੇ ਤੁਹਾਡੇ। ਉਹਦਾ ਸੀਨ ਇਹ ਹੈ ਕਿ ਜਿੱਦਾਂ ਮੈਂ ਕਿਸੇ ਸਾਈਟ ਤੇ ਕਰਦਾ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕਰਨ ਤੋਂ ਪਹਿਲਾਂ ਤੁਸੀਂ ਸਕਿਲਡ ਹੋਣੇ ਚਾਹੀਦੇ ਆ। ਤੁਸੀਂ ਸਕਿਲਡ ਹੋਵੋ, ਸਕਿਲਡ ਹੋਣ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਦੇ ਵਿੱਚ, ਕਿ ਤੁਸੀਂ ਐਕਸਪੀਰੀਅੰਸਡ ਵੀ ਹੋ, ਤੁਹਾਡੇ ਕੋਲ ਸਕਿੱਲ ਵੀ ਹੈ, ਤੁਸੀਂ ਫਿਰ ਉਸ ਤੋਂ ਬਾਅਦ ਐਕਸਪੀਰੀਅੰਸਡ ਹੋ। ਜਦੋਂ ਐਕਸਪੀਰੀਅੰਸਡ ਹੋਗੇ, ਕਿਉਂਕਿ ਤੁਸੀਂ ਸਿੱਧਾ ਕਲਾਇੰਟ ਨਾਲ ਡੀਲ ਕਰਨੀ ਹੈ, ਜਦੋਂ ਕਲਾਇੰਟ ਨਾਲ ਡੀਲ ਕਰਨੀ ਹੈ ਤਾਂ ਤੁਹਾਡਾ ਪੋਰਟਫੋਲੀਓ ਐਵੇਂ ਦਾ ਹੋਣਾ ਚਾਹੀਦਾ ਜਾਂ ਤੁਸੀਂ ਉਹਦੀ ਰਿਕੁਆਇਰਮੈਂਟ ਪੂਰੀ ਕਰ ਦਿਓ। ਤੁਹਾਡੇ ਤੋਂ ਉਹਨੇ ਡਿਗਰੀ ਕੁਝ ਵੀ ਨਹੀਂ ਪੁੱਛਣਾ, ਉਹਨੇ ਮੇਨ ਇਹ ਦੇਖਣਾ ਕਿ ਤੁਹਾਡਾ ਕੰਮ ਕੀ ਕਰਾਉਣਾ। ਤਾਂ ਸੈਕੰਡਲੀ ਕੀ ਹੈ ਕਿ ਜਦੋਂ ਅਪਵਰਕ ਦੇ ਵਿੱਚ ਅਸੀਂ ਆਉਂਦੇ ਹਾਂ, ਅਪਵਰਕ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪੇਮੈਂਟ ਪ੍ਰੋਟੈਕਸ਼ਨ ਨਾਮ ਦੀ ਵਿੱਚ ਕਹਿ ਲਓ ਟਰਮ ਯੂਜ਼ ਹੁੰਦੀ ਹੈ। ਉਹਦਾ ਸੀਨ ਕੀ ਹੈ, ਜਿੱਦਾਂ ਅਸੀਂ ਕੋਈ ਜੌਬ ਦੇ ਲਈ ਅਪਲਾਈ ਕੀਤਾ, ਲਾਈਕ ਕਿਸੇ ਨੇ ਰਿਕੁਆਇਰਮੈਂਟ ਪਾਈ ਕਿ ਮੈਨੂੰ 5 ਪੇਜ ਦੀ ਵੈਬਸਾਈਟ ਚਾਹੀਦੀ ਹੈ, ਅਸੀਂ ਉਹਦੇ ਤੇ ਕਲਿੱਕ ਕੀਤਾ, ਕਲਿੱਕ ਕਰਕੇ ਉਹਨੂੰ ਅਸੀਂ ਪ੍ਰਪੋਜ਼ਲ ਸੈਂਡ ਕੀਤਾ। ਪ੍ਰਪੋਜ਼ਲ ਸੈਂਡ ਦੇ ਵਿੱਚ ਕੀ ਹੈ ਕਿ $300 ਦੀ ਇੱਕ ਪੇਮੈਂਟ ਦੀ ਗੱਲ ਹੋਈ। ਸਟਾਰਟ ਕਰਨ ਤੋਂ ਪਹਿਲਾਂ ਜਦੋਂ ਪ੍ਰੋਜੈਕਟ ਦੀ ਤੁਹਾਡੇ ਕਲਾਇੰਟ ਨਾਲ ਡਿਸਕਸ਼ਨ ਹੋਈ, ਉਹਨੇ ਤੁਹਾਨੂੰ ਸੋਚਿਆ ਕਿ ਇਹ ਮੈਨੂੰ ਹਾਇਰ ਕਰਨਾ ਹੈ, ਕਿਉਂਕਿ ਤੁਸੀਂ ਆਪਣਾ ਪੋਰਟਫੋਲੀਓ ਦਿਖਾਇਆ ਤੇ ਤੁਸੀਂ ਸਿਲੈਕਟ ਹੋ ਜਾਂਦੇ। ਸਿਲੈਕਟ ਹੋਣ ਤੋਂ ਬਾਅਦ ਜਦੋਂ ਤੁਹਾਨੂੰ ਉਹਨੇ ਹਾਇਰ ਕਰ ਲਿਆ, ਤਾਂ ਹਾਇਰ ਕਰਨ ਤੋਂ ਬਾਅਦ ਉਹ ਮਾਈਲਸਟੋਨ ਕ੍ਰੀਏਟ ਕਰ ਸਕਦਾ। ਮਾਈਲਸਟੋਨ ਸਮਝਦੇ ਹੋ ਕਿ ਇੱਕ ਸਫਰ ਕਹਿ ਲਓ ਕਿਸੇ ਚੀਜ਼ ਦਾ, ਉਹਨੂੰ 3 ਭਾਗਾਂ 'ਚ ਡਿਵਾਈਡ ਕਰ ਲਈਏ, $300 ਨੂੰ, ਜਾਂ 2 'ਚ ਕਰ ਲਈਏ, 150 ਕਰ ਲਈਏ। 150 ਉਹਨੇ ਕੀ ਕੀਤਾ, 150 ਦੀ ਪੇਮੈਂਟ ਕਰਤੀ ਉਸੇ ਟਾਈਮ ਹੀ ਕਲਾਇੰਟ ਨੇ। ਉਹ ਪੇਮੈਂਟ ਕੀ ਹੈ, ਉਹ ਅਪਵਰਕ ਨੇ ਆਪਣੇ ਕੋਲ ਰੱਖ ਲਈ। ਠੀਕ ਹੈ, ਕਲਾਇੰਟ ਨੇ ਪੇਮੈਂਟ ਦਿੱਤੀ, ਵਿਚਕਾਰ ਅਪਵਰਕ ਹੈ ਜਿਹੜੀ ਸਾਡੀ ਡੀਲ ਕਰਵਾ ਰਿਹਾ, ਉਹਨੇ ਉਹ ਪੇਮੈਂਟ ਇਹਨੂੰ ਰਿਲੀਜ਼ ਕਰਤੀ, ਬਟ ਉਹ ਮੇਰੇ ਕੋਲ ਪੇਮੈਂਟ ਨਹੀਂ ਆਈ। ਉਹ ਵਿਚਕਾਰ ਇੱਕ ਵਿੱਚ ਕ੍ਰਾਈਟੇਰੀਆ ਹੁੰਦਾ ਉਹ ਯੂਜ਼ ਕਰਦੇ ਆ, ਉਹਦੇ ਵਿੱਚ
ਉਸ ਸੈਸ਼ਨ ਦੇ ਵਿੱਚ ਜਿਹੜੀ ਚੀਜ਼ ਹੈ ਤੁਹਾਡੀ ਪੇਮੈਂਟ ਪਈ ਆ। ਉਸ ਤੋਂ ਬਾਅਦ ਕੀ ਹੈ ਕਿ ਤੁਸੀਂ ਉਹਦਾ ਕੰਮ ਕਰਕੇ ਦਿੱਤਾ, ਤੁਸੀਂ ਉਹਦਾ ਬਟਨ, ਉਹਦੇ ਉੱਤੇ ਬਟਨ ਹੁੰਦਾ ਹੈ ਕਿ ਸਬਮਿਟ ਯੂਅਰ ਵਰਕ। ਤੁਸੀਂ ਉਹਦੇ ਤੇ ਇਹ ਗੱਲ ਕੀਤੀ ਕਲਾਇੰਟ ਦੇ ਨਾਲ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦਿਖਾਵਾਂਗਾ ਵੈਬਸਾਈਟ ਤਦ 150 ਉਦੋਂ, ਜਦੋਂ ਤੁਹਾਡੇ ਤੁਸੀਂ ਚੇਂਜਸ ਦੱਸੋਗੇ, ਚੇਂਜਸ ਕਰਨ ਤੋਂ ਬਾਅਦ 150 ਉਦੋਂ। ਸੋ ਉਹਨੇ ਜਿਹੜਾ ਤੁਸੀਂ ਕੰਮ ਕਰਕੇ ਦਿੱਤਾ ਫਸਟ ਲੁੱਕ ਦਾ, ਉਹਨੂੰ ਸਬਮਿਟ ਕੀਤਾ। ਉਸ ਤੋਂ ਬਾਅਦ ਤੁਸੀਂ ਸਬਮਿਟ ਕਲਿੱਕ ਤੇ ਮਾਈਲਸਟੋਨ ਤੇ ਕਲਿੱਕ ਕੀਤਾ। ਜੇਕਰ ਕਲਾਇੰਟ ਡਿਨਾਈ ਕਰਦਾ ਹੈ ਤੁਹਾਨੂੰ ਪੈਸੇ ਦੇਣ ਤੋਂ, ਤਾਂ ਕੀ ਹੁੰਦਾ ਹੈ ਕਿ ਉਹ ਇੱਕ ਅਪਵਰਕ ਉਹਦੇ ਚ ਚਲਾ ਜਾਂਦਾ ਹੈ ਕਿ ਜਿੱਦਾਂ ਕੇਸ ਓਪਨ ਹੁੰਦਾ, ਉਹਦਾ ਕੇਸ ਓਪਨ ਹੋ ਜਾਂਦਾ। ਕੇਸ ਓਪਨ ਹੋਣ ਤੋਂ ਬਾਅਦ ਕੀ ਹੈ, ਅਪਵਰਕ ਦੀ ਜਿਹੜੀ ਟੀਮ ਹੈ ਉਹ ਦੇਖਦੀ ਹੈ, ਕਿਉਂਕਿ ਪੈਸੇ ਤਾਂ ਉਹਨਾਂ ਦੇ ਕੋਲ ਨੇ ਨਾ, ਉਹ ਇਹ ਦੇਖਦੀ ਹੈ ਕਿ ਇਸ ਬੰਦੇ ਨੇ ਉਸ ਕਲਾਇੰਟ ਦੇ ਹਿਸਾਬ ਨਾਲ ਕੰਮ ਕੀਤਾ ਸੀ ਜਾਂ ਨਹੀਂ ਕੀਤਾ ਸੀ। ਉਹ ਪਹਿਲਾਂ ਚੈੱਕ ਕਰੇਗੀ ਟੀਮ। ਉਹਨੇ ਦੇਖਿਆ ਕਿ ਹਾਂ ਇਹਨੇ 5 ਪੇਜ ਵੀ ਬਣਾਏ ਆ, ਬਣਾਈ ਵੀ ਠੀਕ ਹੈ, ਕੋਈ ਦਿੱਕਤ ਵੀ ਨਹੀਂ ਹੈ, ਬਟ ਕਲਾਇੰਟ ਜਾਣ ਕੇ ਕਿਸੇ ਗੱਲ ਤੋਂ ਜਾਂ ਉਹਦਾ ਮਨ ਨਹੀਂ ਹੈ ਵੈਬਸਾਈਟ ਲੈਣ ਦਾ, ਏਦਾਂ ਵੀ ਹੁੰਦਾ ਕਲਾਇੰਟ ਪਹਿਲਾਂ ਸਟਾਰਟ ਕਰਵਾ ਲੈਂਦੇ ਆ, ਬਾਅਦ ਚ ਗਲਤੀ ਐਵੇਂ ਤਾਂ ਗਲਤੀਆਂ ਜ਼ਿਆਦਾ ਕੱਢ ਦਿੰਦੇ ਨੇ ਕਿਉਂਕਿ ਉਹਨੂੰ ਪਤਾ ਕਿ ਉਹਦਾ ਮਾਈਂਡ ਚੇਂਜ ਹੋ ਗਿਆ ਹੁੰਦਾ। ਮੰਨ ਲਓ ਇਸ ਟਾਈਮ ਉਹ ਕਾਰ ਡਿਜ਼ਾਈਨ ਦੀ ਵੈਬਸਾਈਟ ਖੋਲ ਰਿਹਾ, ਬਟ ਉਹਨੇ ਸੋਚਿਆ ਨਹੀਂ ਯਾਰ ਮੈਂ ਕੋਈ ਫੂਡ ਦਾ ਰੈਸਟੋਰੈਂਟ ਖੋਲ ਲੈਂਦਾ। ਉਹਨੇ ਸੋਚਿਆ ਤਾਂ ਮੇਰਾ ਹੁਣ ਪੈਸਾ ਖਰਾਬ ਹੋ ਗਿਆ, ਮੈਂ ਐਵੇਂ ਬੈਕ ਲੈਣਾ ਆਪਣੀ ਪੇਮੈਂਟ ਵਾਪਸ ਲੈਣ ਲਈ। ਇਹ ਸੋਚ ਉਹ ਕੋਈ 1-2% ਏਦਾਂ ਹਿੱਸਾ ਹੁੰਦਾ ਜੇ ਏਦਾਂ ਦਾ ਚੀਜ਼ ਹੋਵੇ। ਅਦਰਵਾਈਜ਼ ਮੈਨੂੰ ਇਹਦੀ ਦਿੱਕਤ ਬਹੁਤ ਘੱਟ ਆਈ ਹੈ। 4 ਸਾਲਾਂ ਚ 4 ਕੇਸ ਓਪਨ ਹੋਏ ਹੋਣੇ, ਚਾਰੋਂ ਦੇ ਚਾਰੋਂ ਮੇਰੇ ਹੱਕ ਦੇ ਵਿੱਚ ਗਏ ਆ, ਕਿਉਂਕਿ ਜੇ ਤੁਸੀਂ ਸਹੀ ਹੋ ਤੁਹਾਨੂੰ ਕੋਈ ਗਲਤ ਕਰ ਨਹੀਂ ਸਕਦਾ। ਤੇ ਜਦੋਂ ਮੈਂ ਕਲਿੱਕ ਕਰਦਾ ਸੀ, ਉੱਥੇ ਕਲਿੱਕ ਕੀਤਾ ਤੇ ਉਹ ਜਦੋਂ ਚੱਲ ਗਿਆ, ਉਹਨਾਂ ਨੇ ਮੇਰੇ ਤੋਂ ਲਿੰਕਸ ਮੰਗੇ ਕਿ ਕਿਹੜਾ ਕੰਮ ਤੂੰ ਕੀਤਾ। ਉਹਨਾਂ ਨੇ ਮੇਰਾ ਦੇਖਿਆ, ਉਹਨਾਂ ਨੇ ਕਲਾਇੰਟ ਨਾਲ ਵੀ ਡਿਸਕਸ਼ਨ ਕੀਤੀ, ਮੇਰੇ ਨਾਲ ਕੀਤੀ। ਉਸ ਤੋਂ ਬਾਅਦ ਕੀ ਕੀਤਾ, ਜਿਹੜਾ 150 ਦੇ ਫੰਡ ਸੀਗੇ ਉਹ ਮੈਨੂੰ ਰਿਲੀਜ਼ ਕਰਤੇ। ਪਰ ਤਾਂ ਐਵੇਂ ਹੋਇਆ ਸੀ ਕਿ ਕੇਸ ਦੇ ਵਿੱਚ ਐਵੇਂ ਹੋਇਆ ਕਿ ਉਹਨੇ 150 ਮੈਨੂੰ ਵੀ ਦੇਤਾ, ਕਲਾਇੰਟ ਨੂੰ ਵੀ ਵਾਪਸ ਦੇਤਾ। ਅਪਵਰਕ ਨੇ ਆਪਣੇ ਪੱਲਿਓਂ ਦੇਤਾ, ਕਿਉਂਕਿ ਹੁਣ ਅਪਵਰਕ ਦਾ ਸੀਨ ਕੀ ਆ, ਉਹ 20% ਆਪਣਾ ਕੱਟ ਕਰਦੀ ਆ। ਹਾਂਜੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਦੋਂ ਉਹਨੇ ਹਰ ਪ੍ਰੋਜੈਕਟ ਵਿੱਚ 20% $500 ਤੱਕ 20%, 500 ਤੋਂ ਉੱਤੇ 10% ਕੱਟਦੀ ਆ। ਤੇ ਇੱਕ ਸਿੰਗਲ ਕਲਾਇੰਟ ਦੇ ਨਾਲ, ਸਿੰਗਲ ਪ੍ਰੋਜੈਕਟ ਨਹੀਂ, ਸਿੰਗਲ ਕਲਾਇੰਟ ਦੇ ਨਾਲ ਜਦੋਂ ਕੋਈ ਪਹਿਲਾ ਕਲਾਇੰਟ ਤੁਹਾਨੂੰ ਮਿਲਦਾ, ਉਹਦੇ $500 ਤੱਕ 20% ਤੁਹਾਡੀ ਫੀਸ ਕੱਟੀ ਜਾਣੀ। ਉਸ ਤੋਂ ਇਲਾਵਾ 1-1.5% ਹੋਰ ਕੱਟਦਾ ਇੱਥੋਂ ਦੀ US ਤੋਂ ਲੈਣ ਦਾ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇ ਤੁਸੀਂ ਤਰੀਕੇ ਨਾਲ ਕਰਦੇ ਹੋ ਤਾਂ ਫ੍ਰੀਲਾਂਸਿੰਗ ਸੇਫ ਹੈ, ਕੋਈ ਦਿੱਕਤ ਨਹੀਂ ਹੈ, ਤੁਸੀਂ ਕਰ ਸਕਦੇ। ਵੀਰ ਜੀ ਮੈਨੂੰ ਇਹ ਦੱਸੋ, ਤੁਸੀਂ ਉਹ ਕਿਹੜੀ ਵੈਬਸਾਈਟ ਹੈ ਜਿਹਨੂੰ ਆਪਣੇ ਕੰਮ ਦੇ ਲਈ ਯੂਜ਼ ਕਰਦੇ ਹੋ, ਆਨਲਾਈਨ ਕੰਮ ਕਰਨ ਦੇ ਲਈ? ਇਹ ਵੈਬਸਾਈਟ ਮੈਂ ਯੂਜ਼ ਕਰਦਾ, ਮੈਂ ਅਪਵਰਕ ਯੂਜ਼ ਕੀਤੀ ਆ, PPH ਯੂਜ਼ ਕੀਤੀ ਆ, ਪੀਪਲ ਪਰ ਆਰ। ਇਹ UK ਬੇਸਡ ਵੈਬਸਾਈਟ ਹੈ ਜਿਹੜੀ PPH ਹੈ, ਤੇ ਅਪਵਰਕ US ਬੇਸਡ ਆ। ਮੈਂ PPH ਦੇ ਵੱਲ ਵੀ ਮੈਂ 3 ਪ੍ਰੋਜੈਕਟ ਉੱਥੇ ਕੀਤੇ ਆ, ਉਹਦੇ ਵੱਲ ਵੀ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ ਜਦੋਂ ਤੁਹਾਡੇ ਕੋਲ ਇੱਕ ਫਲੋ ਇੱਕ ਜਗ੍ਹਾ ਤੋਂ ਆ ਰਿਹਾ ਹੋਵੇ ਤਾਂ ਤੁਸੀਂ ਜ਼ਿਆਦਾਤਰ ਉੱਥੇ ਫੋਕਸ ਕਰਦੇ ਹੋ। ਵੈਸੇ ਇਹ ਗਲਤ ਤਰੀਕਾ ਵੀ ਹੈ, ਤੁਹਾਨੂੰ ਇੱਕ ਟਾਈਮ ਦੇ ਉੱਤੇ ਅਲੱਗ-ਅਲੱਗ ਸੋਰਸ ਕਰਨਾ ਚਾਹੀਦਾ। ਮੰਨ ਲਓ ਕਿ ਕੋਈ ਇਦਾਂ ਦਾ ਚੀਜ਼ ਹੁੰਦੀ ਹੈ, ਇਹ ਚੀਜ਼ ਕੰਪਨੀ ਬੰਦ ਹੁੰਦੀ ਹੈ, ਘੱਟੋ ਘੱਟ ਤੁਹਾਡੀ ਪ੍ਰੈਜ਼ੈਂਸ ਹੋਰ ਕੰਪਨੀਆਂ ਦੇ ਵਿੱਚ ਵੀ ਹੋਵੇ, ਤੁਹਾਡੇ ਘਰ ਦਾ ਨਾ ਜਾਵੇ। ਬਟ ਫਿਲਹਾਲ ਦੇ ਲਈ ਮੈਂ ਕੀ ਕਰਦਾ, ਮੇਰਾ ਜ਼ਿਆਦਾ ਫੋਕਸ ਅਪਵਰਕ ਦੇ ਉੱਤੇ ਆ। ਤੇ ਅਪਵਰਕ ਸਾਈਟ ਕਿਉਂਕਿ ਮੈਨੂੰ ਸੇਫਰ ਵੀ ਲੱਗੀ ਆ, ਤੇ ਤੁਹਾਨੂੰ ਇੱਕ ਆਦਤ ਵੀ ਪੈ ਜਾਂਦੀ ਕਿਸੇ ਚੀਜ਼ ਨਾਲ ਕਿ ਜਦੋਂ ਤੁਸੀਂ ਕੋਈ ਸਾਈਟ ਯੂਜ਼ ਕਰਦੇ ਹੋ ਤੇ ਉਹਦੀ ਤੁਹਾਨੂੰ ਆਦਤ ਪੈ ਜਾਂਦੀ ਕਿ ਈਜ਼ੀ ਹੈ, ਕੰਮ ਕਰਨ 'ਚ ਆਸਾਨ ਹੈ, ਤਾਂ ਫਿਰ ਬੰਦਾ ਉੱਥੇ ਕੰਮ ਕਰਦਾ। ਤੇ ਮੇਰਾ ਮੇਨ ਜਿਹੜਾ ਕੰਮ ਹੈ ਸਾਰਾ ਅਪਵਰਕ ਦੇ ਉੱਤੋਂ ਆ।